हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੀਡੀਆ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਇੱਕ ਇੰਟਰਸਟਿੰਗ ਤੇ ਖੂਫੀਆ ਸਟੋਰੀ ਬਾਰੇ। ਸੋ ਹਰ ਇੱਕ ਦੇਸ਼ ਦੀ ਇੱਕ ਖੂਫੀਆ ਸੀਕ੍ਰੇਟ ਏਜੰਸੀ ਹੁੰਦੀ ਹੈ, ਜਿਵੇਂ ਕਿ ਅਮਰੀਕਾ ਦੀ CIA। ਇਸੇ ਤਰ੍ਹਾਂ ਇਜ਼ਰਾਈਲ ਦੀ ਇੱਕ ਬਹੁਤ ਹੀ ਖਤਰਨਾਕ ਸੀਕ੍ਰੇਟ ਏਜੰਸੀ ਹੈ ਜਿਸ ਬਾਰੇ ਅੱਜ ਆਪਾਂ ਗੱਲ ਕਰਾਂਗੇ। ਉਸ ਦਾ ਨਾਮ ਹੈ ਮੁਸਾਦ। ਸੋ ਵੈਸੇ ਤਾਂ ਮੁਸਾਦ ਬਾਰੇ ਤੇ ਮੁਸਾਦ ਦੇ ਇਹਨਾਂ ਆਪਰੇਸ਼ਨਾਂ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ, ਪਰ ਜਿਨ੍ਹਾਂ ਨੂੰ ਨਹੀਂ ਪਤਾ ਅੱਜ ਉਹਨਾਂ ਨੂੰ ਆਪਾਂ ਦੱਸਾਂਗੇ ਕਿ ਮੁਸਾਦ ਕੀ ਸ਼ੈ ਏ ਤੇ ਕਿੰਨੇ ਖਤਰਨਾਕ ਤਰੀਕੇ ਨਾਲ ਇਹ ਕੰਮ ਕਰਦੀ ਹੈ। ਅਸਲ ਵਿੱਚ ਮੁਸਾਦ ਦੀ ਸ਼ੁਰੂਆਤ 13 ਦਸੰਬਰ 1949 ਵਿੱਚ ਹੁੰਦੀ ਹੈ, ਜਦੋਂ ਇਜ਼ਰਾਈਲ ਨੂੰ ਲੱਗਿਆ ਕਿ ਜਿਵੇਂ ਉਹ ਦੁਸ਼ਮਣ ਦੇਸ਼ਾਂ ਨਾਲ ਘਿਰਿਆ ਹੋਇਆ ਹੈ, ਇਹਨਾਂ ਤੋਂ ਬਚਣ ਲਈ ਸਾਨੂੰ ਕੋਈ ਅਜਿਹਾ ਸੰਗਠਨ ਬਣਾਉਣਾ ਚਾਹੀਦਾ ਹੈ ਜੋ ਖੂਫੀਆ ਕੰਮ ਕਰ ਸਕੇ, ਜਿਸ ਤੋਂ ਬਾਅਦ ਮੁਸਾਦ ਦਾ ਜਨਮ ਹੋਇਆ। ਸੋ ਇਸੇ ਤਰ੍ਹਾਂ ਇਹਨਾਂ ਦਾ ਇੱਕ ਆਪਰੇਸ਼ਨ ਥੰਡਰਬੋਲਟ ਸੀ, ਜਿਸ ਬਾਰੇ ਆਪਾਂ ਥੋੜਾ ਜਾਣਦੇ ਹਾਂ। ਸੋ ਇਸ ਕੇਸ ਵਿੱਚ ਇੱਕ ਜਹਾਜ਼ ਹਾਈਜੈਕ ਕਰ ਲਿਆ ਗਿਆ ਸੀ, ਜਿਸ ਵਿੱਚ ਇਜ਼ਰਾਈਲ ਦੇ ਸਾਰੇ ਪੈਸੇਂਜਰ ਅਗਵਾ ਕਰ ਲਏ ਗਏ ਸੀ ਤੇ ਇਹ ਫਲਾਈਟ ਇਜ਼ਰਾਈਲ ਦੇ ਤੇਲ ਅਵੀਵ ਤੋਂ ਉੱਡੀ ਸੀ ਤੇ ਫਰਾਂਸ ਦੇ ਪੀਰੀ ਵਿੱਚ ਜਾ ਰਹੀ ਸੀ। ਸੋ ਇਹ ਸਫ਼ਰ ਦੌਰਾਨ ਜਦੋਂ ਇਹ ਐਥਨ ਵਿੱਚ ਤੇਲ ਭਰਨ ਲਈ ਰੁਕੇ ਤਾਂ ਉੱਥੇ ਇਹ ਹਾਈਜੈਕਰਾਂ ਵੱਲੋਂ ਹਾਈਜੈਕ ਹੋ ਗਈ ਤੇ ਉੱਥੋਂ ਹਾਈਜੈਕਰ ਜਹਾਜ਼ ਨੂੰ ਯੁਗਾਂਡਾ ਲੈ ਗਏ ਤੇ ਹੁਣ ਯੁਗਾਂਡਾ ਤੇ ਉਸਦੇ ਆਲੇ ਦੁਆਲੇ ਵਾਲੇ ਦੇਸ਼ ਸਾਰੇ ਇਜ਼ਰਾਈਲ ਨੂੰ ਨਫ਼ਰਤ ਕਰਦੇ ਸੀ ਤੇ ਹੁਣ ਇਜ਼ਰਾਈਲ ਤੋਂ ਯੁਗਾਂਡਾ ਦੀ ਦੂਰੀ 4000 ਕਿਲੋਮੀਟਰ ਦੀ ਸੀ। ਜੇਕਰ ਇਜ਼ਰਾਈਲੀਆਂ ਨੂੰ ਆਪਣੇ ਪੈਸੇਂਜਰ ਛਡਾਉਣੇ ਵੀ ਪੈਣੇ ਸੀ ਤਾਂ ਉਹਨਾਂ ਨੂੰ ਪਹਿਲਾਂ 4000 ਕਿਲੋਮੀਟਰ ਜਾਣਾ ਪੈਣਾ ਸੀ ਤੇ 4000 ਕਿਲੋਮੀਟਰ ਵਾਪਸ ਆਉਣਾ ਪੈਣਾ ਸੀ। ਸੋ ਇੰਨੀ ਦੂਰੀ ਪੈਣ ਕਾਰਨ ਹੁਣ ਕਮਾਂਡੋ ਆਪਰੇਸ਼ਨ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸੋ ਇਸ ਕਰਕੇ ਹਾਈਜੈਕਰਾਂ ਨੂੰ ਇਹ ਤਾਂ ਪਤਾ ਸੀ ਕਿ ਹੁਣ ਉਹ ਸਾਡੇ ਨਾਲ ਸਮਝੌਤਾ ਹੀ ਕਰਨਗੇ, ਇੱਥੇ ਆ ਕੇ ਤਾਂ ਉਹ ਸਾਡੇ ਤੇ ਹਮਲਾ ਕਰਨ ਤੋਂ ਰਹੇ। ਤੇ ਹਾਈਜੈਕਰਾਂ ਨੂੰ ਇੱਕ ਪਲੱਸ ਪੁਆਇੰਟ ਹੋਰ ਵੀ ਸੀ, ਕਿਉਂਕਿ ਜੋ ਯੁਗਾਂਡਾ ਦਾ ਸੈਨਿਕ ਤਾਨਾਸ਼ਾਹ ਸੀ ਉਹ ਸੀ ਈਦੀ ਅਮੀਨ, ਜੋ ਕਿ ਕਿਸੇ ਸਮੇਂ ਇਜ਼ਰਾਈਲ ਦਾ ਇੱਕ ਬਹੁਤ ਵਧੀਆ ਦੋਸਤ ਸੀ, ਪਰ ਇਹ ਕਿਸੇ ਸਮੇਂ ਇਜ਼ਰਾਈਲ ਤੋਂ ਫਾਈਟਰ ਜਹਾਜ਼ ਖਰੀਦਣਾ ਚਾਹੁੰਦਾ ਸੀ, ਜੋ ਇਜ਼ਰਾਈਲ ਨੇ ਇਸ ਨੂੰ ਦੇਣ ਤੋਂ ਮਨਾ ਕਰ ਦਿੱਤਾ ਸੀ। ਸੋ ਇਸ ਕਰਕੇ ਇਹ ਵੀ ਇਜ਼ਰਾਈਲ ਤੋਂ ਬਦਲਾ ਲੈਣਾ ਚਾਹੁੰਦਾ ਸੀ ਤੇ ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਇਨਸਾਨ ਦਾ ਮਾंस ਖਾਣਾ ਪਸੰਦ ਕਰਦਾ ਸੀ, ਪਰ ਕੋਈ ਪੁਖਤਾ ਸਬੂਤ ਨਹੀਂ ਮਿਲੇ। ਤੇ ਹੋਰ ਤਾਂ ਹੋਰ ਇਸ ਬੰਦੇ ਨੇ ਆਪਣੇ ਦੇਸ਼ ਦੇ ਸੈਨਿਕ ਉਹ ਹਾਈਜੈਕਰਾਂ ਦੀ ਸੁਰੱਖਿਆ ਵਾਸਤੇ ਲਾ ਦਿੱਤੇ ਜੋ ਹਾਈਜੈਕ ਕਰਕੇ ਲੈ ਕੇ ਆਏ ਸੀ ਜਹਾਜ਼ ਨੂੰ, ਮਤਲਬ ਅੱਤਵਾਦੀਆਂ ਦੀ ਸੁਰੱਖਿਆ ਲਈ। ਤੇ ਆਪ ਇਹ ਕਿਸੇ ਮੀਟਿੰਗ ਨੂੰ ਅਟੈਂਡ ਕਰਨ ਲਈ ਮੌਰੀਸ਼ਸ ਚਲਾ ਗਿਆ। ਸੋ ਹੁਣ 4 ਬੰਦੇ ਇਹ ਜਹਾਜ਼ ਹਾਈਜੈਕ ਕਰਕੇ ਲੈ ਕੇ ਆਏ ਸੀ ਤੇ ਯੁਗਾਂਡਾ ਦੇ ਜਿਸ 에ਅਰਪੋਰਟ ਤੇ ਇਹਨਾਂ ਨੇ ਜਹਾਜ਼ ਉਤਾਰਿਆ ਉੱਥੇ 5 ਪਹਿਲਾਂ ਹੀ ਇਹਨਾਂ ਦੀ ਵੇਟ ਕਰ ਰਹੇ ਸੀ। ਮਤਲਬ ਇਹ ਸਾਰਾ ਕੰਮ ਇਹਨਾਂ ਦਾ ਪੂਰਾ ਪਲਾਨ ਨਾਲ ਚੱਲ ਰਿਹਾ ਸੀ ਤੇ ਇੱਥੇ ਲਿਆ ਕੇ ਇਹਨਾਂ ਨੇ ਪੈਸੇਂਜਰਾਂ ਨੂੰ ਅਲੱਗ-ਅਲੱਗ ਵੰਡ ਦਿੱਤਾ। ਜੋ ਯਹੂਦੀ ਸੀ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਤੇ ਬਾਕੀ ਜੋ ਅਲੱਗ-ਅਲੱਗ ਦੇਸ਼ਾਂ ਦੇ ਪੈਸੇਂਜਰ ਸੀ ਉਹਨਾਂ ਨੂੰ ਅਲੱਗ-ਅਲੱਗ। ਤੇ ਇਸ ਤੋਂ ਬਾਅਦ ਇਹਨਾਂ ਨੇ ਧਮਕੀ ਦੇਣੀ ਸ਼ੁਰੂ ਕੀਤੀ ਕਿ ਸਾਨੂੰ $5 ਮਿਲੀਅਨ ਦਿੱਤੇ ਜਾਣ ਤੇ ਸਾਡੇ ਜੋ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਕੈਦੀ ਨੇ ਉਹਨਾਂ ਨੂੰ ਛੱਡਿਆ ਜਾਵੇ ਤੇ ਬਾਕੀ ਜੋ ਅਲੱਗ-ਅਲੱਗ ਦੇਸ਼ਾਂ ਵਿੱਚ ਨੇ ਉਹਨਾਂ ਨੂੰ ਵੀ ਛੱਡਿਆ ਜਾਵੇ। ਪਰ ਇਜ਼ਰਾਈਲ ਨੇ ਕਿਹਾ ਕਿ ਸਾਨੂੰ ਥੋੜਾ ਸਮਾਂ ਦਿਓ, ਜੋ ਕੈਦੀ ਸਾਡੇ ਕੋਲ ਨੇ ਉਹ ਤਾਂ ਅਸੀਂ ਛੱਡ ਦਵਾਂਗੇ, ਪਰ ਬਾਕੀ ਦੇਸ਼ਾਂ ਵਿੱਚ ਨੇ ਜੋ ਉਹਨਾਂ ਦੇਸ਼ਾਂ ਨਾਲ ਅਸੀਂ ਗੱਲ ਕਰ ਰਹੇ ਹਾਂ। ਤੇ ਹਾਈਜੈਕਰਾਂ ਨੇ ਆਪਣਾ ਦਿਮਾਗ ਲਾਇਆ, ਯਹੂਦੀਆਂ ਨੂੰ ਫੜ ਕੇ ਉਹਨਾਂ ਨੇ ਇੱਕ ਪਾਸੇ ਬੰਦ ਕਰ ਦਿੱਤਾ ਤੇ ਬਾਕੀ ਦੇਸ਼ਾਂ ਦੇ ਪੈਸੇਂਜਰਾਂ ਨੂੰ ਛੱਡ ਦਿੱਤਾ ਕਿ ਕਿਤੇ ਜੇਕਰ ਅਸੀਂ ਸਾਰੇ ਦੇਸ਼ਾਂ ਦੇ ਹੀ ਨਾਗਰਿਕ ਫੜ ਲਏ ਤਾਂ ਬਾਕੀ ਦੇਸ਼ ਨਾ ਕਿਤੇ ਸਾਡੇ ਤੇ ਹਮਲਾ ਕਰ ਦੇਣ। ਸੋ ਉਹਨਾਂ ਨੇ ਮੇਨ ਟਾਰਗੇਟ ਆਪਣੇ ਸਿਰਫ ਇਜ਼ਰਾਈਲ ਦੇ ਲੋਕ ਹੀ ਰੱਖੇ। ਤੇ ਹੁਣ ਹਾਈਜੈਕਰਾਂ ਨੂੰ ਤਾਂ ਲੱਗ ਰਿਹਾ ਸੀ ਕਿ ਇਜ਼ਰਾਈਲ ਹੁਣ ਸਾਡੇ ਨਾਲ ਸਮਝੌਤਾ ਕਰ ਰਹੀ ਹੈ ਤੇ ਬਾਕੀ ਸਾਰੇ ਕਿਤੇ ਗੱਲ ਕਰ ਰਹੀ ਹੈ, ਇਸ ਕਰਕੇ ਉਸਨੇ ਸਮਾਂ ਮੰਗਿਆ। ਪਰ ਇਜ਼ਰਾਈਲ ਕਰ ਰਿਹਾ ਸੀ ਵਾਰ ਦੀ ਤਿਆਰੀ ਕਿ ਕਿਵੇਂ ਹੁਣ ਪਲਾਨ ਕੀਤਾ ਜਾਵੇ ਉੱਥੇ ਹਮਲਾ ਕਰਨ ਦਾ, ਤੇ ਇਸ ਦੀ ਜ਼ਿੰਮੇਵਾਰੀ ਮਿਲ ਗਈ ਸੀ ਮੁਸਾਦ ਨੂੰ। ਸੋ ਹੁਣ ਮੁਸਾਦ ਕੋਲ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਸੀ, ਪਰ ਜੋ ਬਾਕੀ ਪੈਸੇਂਜਰ ਇਹਨਾਂ ਨੇ ਛੱਡੇ ਸੀ ਇਹਨਾਂ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਸਭ ਕੁਝ ਦੱਸ ਦਿੱਤਾ ਕਿ ਜੋ ਤੁਹਾਡੇ ਯਹੂਦੀ ਲੋਕ ਨੇ ਉਹਨਾਂ ਨੂੰ ਰਨਵੇ ਤੋਂ 2 ਕਿਲੋਮੀਟਰ ਦੂਰ ਕਿਸ ਬਿਲਡਿੰਗ ਦੇ ਵਿੱਚ ਬੰਦ ਕੀਤਾ ਹੋਇਆ ਹੈ। ਸੋ ਇਹ ਬਹੁਤ ਹੀ ਕੰਮ ਦੀ ਇਨਫੋਰਮੇਸ਼ਨ ਮਿਲ ਗਈ ਸੀ ਹੁਣ ਮੁਸਾਦ ਨੂੰ। ਤੇ ਇਜ਼ਰਾਈਲ ਨੂੰ ਇੱਥੇ ਇੱਕ ਹੋਰ ਫਾਇਦਾ ਇਹ ਹੋ ਗਿਆ ਕਿ ਜੋ ਯੁਗਾਂਡਾ ਦਾ ਐਂਤਬੇ 에ਅਰਪੋਰਟ ਸੀ ਉਹ ਇਜ਼ਰਾਈਲ ਦੀ ਹੀ ਇੱਕ ਕੰਪਨੀ ਨੇ ਬਣਾਇਆ ਹੋਇਆ ਸੀ ਤੇ ਜਿਸ ਤੋਂ ਬਾਅਦ ਇਹਨਾਂ ਨੇ ਉਸ ਕੰਪਨੀ ਤੋਂ ਸਾਰੇ ਉਸ ਦੇ ਮੈਪ ਲੈ ਲਏ, ਅੰਦਰੂਨੀ ਤੇ ਬਾਹਰੀ। ਮਤਲਬ ਹੁਣ ਇਹਨਾਂ ਕੋਲ ਪੂਰੇ 에ਅਰਪੋਰਟ ਦੇ ਕੱਲੇ-ਕੱਲੇ ਦਰਵਾਜ਼ੇ ਦਾ ਨਕਸ਼ਾ ਆ ਗਿਆ ਸੀ ਤੇ ਇਸ ਨਾਲ ਇਹਨਾਂ ਨੂੰ ਹਮਲਾ ਕਰਨ ਲਈ ਹੋਰ ਵੀ ਆਸਾਨੀ ਹੋਣੀ ਸੀ। ਬਸ ਹੁਣ ਕੰਮ ਸੀ ਸਿਰਫ ਹਮਲੇ ਦੀ ਤਿਆਰੀ ਦਾ। ਤੇ ਇਜ਼ਰਾਈਲ ਨੇ ਫਿਰ 3 ਜੁਲਾਈ 1967 ਨੂੰ ਰਾਤ ਨੂੰ 1 ਵਜੇ ਦਾ ਟਾਈਮ ਚੁਣਿਆ, ਕਿਉਂਕਿ ਉਸ ਸਮੇਂ ਜ਼ਿਆਦਾਤਰ ਸਿਪਾਹੀ ਸੌ ਰਹੇ ਹੋਣਗੇ। ਤੇ ਫਿਰ ਇਹ ਟੋਟਲ 5 ਜਹਾਜ਼ ਲੈ ਕੇ ਗਏ ਸੀ। ਮੁਰਲੇ 3 ਵਿੱਚ ਤਾਂ ਕਮਾਂਡੋ ਬੈਠੇ ਸੀ ਤੇ ਇੱਕ ਜਹਾਜ਼ ਖਾਲੀ ਸੀ ਜਿਸ ਵਿੱਚ ਇਹਨਾਂ ਨੇ ਪੈਸੇਂਜਰ ਲੈ ਕੇ ਆਉਣੇ ਸੀ ਤੇ ਉਸ ਤੋਂ ਪਿੱਛੇ ਵਾਲੇ ਜਹਾਜ਼ ਵਿੱਚ ਮੈਡੀਕਲ ਫੈਸਿਲਿਟੀ ਸੀ। ਜੇਕਰ ਕੋਈ ਕਮਾਂਡੋ ਜ਼ਖਮੀ ਹੁੰਦਾ ਤਾਂ ਉਸ ਨੂੰ ਉੱਥੇ ਸੁਰੱਖਿਆ ਮਿਲਦੀ ਤੇ ਹੋਰ ਵੀ ਉਸ ਵਿੱਚ ਕਮਿਊਨੀਕੇਸ਼ਨ ਸਿਸਟਮ ਸੀ। ਤੇ ਯੁਗਾਂਡਾ ਹੁਣ ਬਹੁਤ ਸਾਰੇ ਦੇਸ਼ਾਂ ਦੇ ਵਿਚਾਲੇ ਘਿਰਿਆ ਹੋਇਆ ਹੈ ਤੇ ਜੇਕਰ ਕਿਸੇ ਨੂੰ ਵੀ ਭਣਕ ਲੱਗ ਜਾਂਦੀ ਨਾਲ ਦੀ ਨਾਲ ਹੀ ਉਹਨਾਂ ਨੇ ਯੁਗਾਂਡਾ ਵਿੱਚ ਬੈਠੇ ਅੱਤਵਾਦੀਆਂ ਨੂੰ ਦੱਸ ਦੇਣਾ ਸੀ ਕਿ ਇਜ਼ਰਾਈਲੀ ਜਹਾਜ਼ ਇੱਥੇ ਐਂਟਰ ਹੋ ਗਏ ਨੇ। ਸੋ ਹੁਣ ਇਹਨਾਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਇਹਨਾਂ ਦੇ ਜਹਾਜ਼ ਰਡਾਰ ਵਿੱਚ ਨਾ ਆਉਣ ਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਜ਼ਰਾਈਲੀ ਜਹਾਜ਼ ਪਹਿਲਾਂ ਤਾਂ
ਲਾਲ ਸਾਗਰ ਦੇ ਉੱਤੇ ਉਡਾਨ ਭਰਦੇ ਰਹੇ ਤੇ ਇਸ ਵਿੱਚ ਥੋੜਾ ਕੀਨੀਆ ਨੇ ਇਹਨਾਂ ਦਾ ਸਾਥ ਦੇ ਦਿੱਤਾ ਸੀ ਤੇ ਇਹਨਾਂ ਦੇ ਸਾਰੇ ਜਹਾਜ਼ ਸਮੁੰਦਰ ਤਲ ਤੋਂ ਸਿਰਫ 100 ਮੀਟਰ ਦੀ ਉਚਾਈ ਤੇ ਉੱਡਦੇ ਰਹੇ ਸੀ। ਸੋ ਇੰਨਾ ਥੱਲੇ ਉੱਡ ਰਹੇ ਜਹਾਜ਼ਾਂ ਨੂੰ ਕੋਈ ਰਡਾਰ ਨਹੀਂ ਫੜ ਸਕਦਾ ਸੀ ਤੇ ਇਹ ਤਿਆਰੀ ਇਸ ਤਰ੍ਹਾਂ ਕਰਕੇ ਆਏ ਸੀ ਕਿ ਜੇਕਰ ਰਨਵੇ ਦੀਆਂ ਲਾਈਟਾਂ ਬੰਦ ਵੀ ਹੋਣ ਤਾਂ ਵੀ ਜਹਾਜ਼ ਨੂੰ ਉਤਾਰ ਲੈਣਗੇ, ਪਰ ਬਹੁਤ ਮੁਸ਼ਕਲ ਹੋ ਜਾਣੀ ਸੀ। ਪਰ ਕੁਦਰਤ ਨੇ ਸਾਥ ਦਿੱਤਾ ਕਿ ਰਨਵੇ ਦੀਆਂ ਲਾਈਟਾਂ ਇਹਨਾਂ ਨੂੰ ਜਗਦੀਆਂ ਮਿਲੀਆਂ ਤੇ ਹੁਣ ਮਸਾਦ ਨੂੰ ਪਤਾ ਸੀ ਕਿ ਇਹਨਾਂ ਦਾ ਪ੍ਰੈਜ਼ੀਡੈਂਟ ਈਦੀ ਅਮੀਨ ਜੋ ਦੌਰੇ ਤੇ ਗਿਆ ਹੋਇਆ ਹੈ, ਸੋ ਆਪਾਂ ਉਸ ਵਾਂਗ ਹੀ ਜਹਾਜ਼ ਉਤਾਰਾਂਗੇ ਤੇ ਉੱਥੇ 에ਅਰਪੋਰਟ ਤੇ ਇਹ ਲੱਗੇ ਕਿ ਪ੍ਰੈਜ਼ੀਡੈਂਟ ਹੀ ਆਇਆ। ਸੋ ਇਹਨਾਂ ਨੇ ਈਦੀ ਅਮੀਨ ਦੇ ਕਾਫਲੇ ਵਾਂਗ ਹੀ ਆਪਣੀਆਂ ਗੱਡੀਆਂ ਦਾ ਕਾਫਲਾ ਰੱਖਿਆ, ਜਿਵੇਂ ਪਹਿਲਾਂ ਲੈਂਡ ਰੋਵਰਾਂ, ਰੇਂਜ ਰੋਵਰਾਂ ਤੇ ਵਿੱਚ ਈਦੀ ਅਮੀਨ ਦੀ ਮਰਸੀਡੀਜ਼ ਬਲੈਕ ਕਲਰ ਦੀ ਤੇ ਉਹਦੇ ਵਿੱਚ ਈਦੀ ਅਮੀਨ ਵਰਗਾ ਹੀ ਇੱਕ ਮੋਟਾ ਜਿਹਾ ਬੰਦਾ। ਤੇ ਵੈਸੇ ਵੀ 에ਅਰਪੋਰਟ ਤੇ ਆਮ ਸੈਨਿਕਾਂ ਨੂੰ ਨਹੀਂ ਪਤਾ ਹੁੰਦਾ ਕਿ ਕੌਣ ਬੰਦਾ ਆਇਆ ਕੌਣ ਨਹੀਂ, ਉਹਨਾਂ ਨੂੰ ਲੱਗਦਾ ਕਿ ਸਾਡਾ ਪ੍ਰੈਜ਼ੀਡੈਂਟ ਹੀ ਆਇਆ ਹੈ। ਤੇ ਹੁਣ ਜੋ ਰੇਂਜ ਰੋਵਰਾਂ ਦਾ ਕਾਫਲਾ ਸੀ ਉਸ ਵਿੱਚ ਤਾਂ ਇਹਨਾਂ ਨੇ ਆਪਣੇ ਕਮਾਂਡੋ ਭਰੇ ਹੋਏ ਸੀ ਤੇ ਕਾਫਲੇ ਵਿੱਚ ਈਦੀ ਅਮੀਨ ਵਰਗੀ ਸੇਮ ਟੂ ਸੇਮ ਬਲੈਕ ਮਰਸਡੀ ਸੀ। ਪਰ ਗਲਤੀ ਹੁਣ ਇੱਥੇ ਇਹ ਹੋ ਗਈ ਕਿ ਈਦੀ ਅਮੀਨ ਨੇ ਕੁਝ ਕੁ ਮਹੀਨੇ ਪਹਿਲਾਂ ਹੀ ਆਪਣੀ ਬਲੈਕ ਮਰਸਡੀ ਦੀ ਥਾਂ ਤੇ ਵਾਈਟ ਮਰਸਡੀ ਰੱਖ ਲਈ ਸੀ ਤੇ ਇਸ ਕਰਕੇ ਇੱਕ ਖਾਸ ਕਮਾਂਡੋ ਨੇ ਇਸ ਕਾਰ ਨੂੰ ਪਹਿਚਾਣ ਲਿਆ ਤੇ ਉਸਨੇ ਹਮਲਾ ਕਰਨਾ ਸ਼ੁਰੂ ਕੀਤਾ। ਤੇ ਇੱਧਰ ਇਹਨਾਂ ਨੇ ਆਪਣੀਆਂ ਗੰਨਾਂ ਤੇ ਸਲਾਈਸਰ ਲਾ ਕੇ ਰੱਖੇ ਹੋਏ ਸੀ ਤੇ ਇਹਨਾਂ ਨੇ ਨਾਲ ਦੀ ਨਾਲ 3 ਹੈਡਸ਼ਾਟ ਮਾਰੇ ਤੇ ਇਹ ਮਾਰ ਧਾੜ ਦੇ ਵਿੱਚ ਹੀ ਰਨਵੇ ਦੀਆਂ ਲਾਈਟਾਂ ਆਫ ਕਰ ਦਿੱਤੀਆਂ ਗਈਆਂ। ਜਹਾਜ਼ ਹਲੇ ਇੱਕ ਹੀ ਉਤਰਿਆ ਸੀ ਤੇ ਇਸ ਤੋਂ ਬਾਅਦ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਪੋਜੀਸ਼ਨਾਂ ਲਈਆਂ ਤੇ ਰਨਵੇ ਤੇ ਇਹਨਾਂ ਨੇ ਆਪਣੀਆਂ ਹਾਈ ਪਾਵਰ ਜੋ ਲਾਈਟਾਂ ਸੀ ਉਹ ਰਨਵੇ ਦੇ ਆਲੇ ਦੁਆਲੇ ਲਾ ਦਿੱਤੀਆਂ ਤਾਂ ਜੋ ਬਾਕੀ ਜਹਾਜ਼ ਵੀ ਉਤਰ ਸਕਣ। ਪਰ ਜਦੋਂ ਬਾਕੀ ਜਹਾਜ਼ ਉਤਰੇ ਤਾਂ ਨਾਲ ਦੀ ਨਾਲ ਕਮਾਂਡੋ ਮੱਖੀਆਂ ਵਾਂਗ ਫੈਲ ਗਏ, ਕਿਉਂਕਿ ਉਹਨਾਂ ਨੂੰ ਪੂਰੇ 에ਅਰਪੋਰਟ ਬਾਰੇ ਸਮਝਾਇਆ ਗਿਆ ਸੀ ਤੇ ਉਹਨਾਂ ਦੀਆਂ ਪੋਜੀਸ਼ਨਾਂ ਬਾਰੇ ਸਮਝਾਇਆ ਗਿਆ ਸੀ ਕਿ ਉਹਨਾਂ ਨੇ ਕਿੱਥੇ ਜਾਣਾ ਹੈ। ਤੇ ਜੋ ਯੁਗਾਂਡਾ ਦੇ ਸੈਨਿਕ ਸੀ ਇਹਨਾਂ ਨੂੰ ਤਾਂ ਇਹਨਾਂ ਦੇ ਸਨਾਈਪਰਾਂ ਨੇ ਹੀ ਲਵੇਟ ਦਿੱਤਾ, ਜੋ ਪਹਿਲਾਂ ਹੀ ਆਪਣੀ ਪੋਜੀਸ਼ਨ ਲੈ ਕੇ ਰਨਵੇ ਤੋਂ ਦੂਰ ਜਾ ਕੇ ਬੈਠੇ ਸੀ। ਸੋ ਹੁਣ ਜਦੋਂ ਇਹ ਗੋਲੀਬਾਰੀ ਕਰਦੇ ਹੋਏ ਆਪਣੇ ਪੈਸੇਂਜਰਾਂ ਤੱਕ ਪਹੁੰਚੇ ਤਾਂ ਉਹ ਵੀ ਡਰ ਗਏ। ਤਾਂ ਇਹਨਾਂ ਨੇ ਆਪਣੀ ਹੀਬਰੂ ਭਾਸ਼ਾ ਦੇ ਵਿੱਚ, ਜੋ ਯਹੂਦੀਆਂ ਦੀ ਜਾਂ ਇਜ਼ਰਾਈਲ ਦੀ ਆਪਣੀ ਭਾਸ਼ਾ ਹੈ, ਸੋ ਉਸ ਵਿੱਚ ਇਹਨਾਂ ਨੇ ਕਿਹਾ ਅਸੀਂ ਇਜ਼ਰਾਈਲ ਦੇ ਸੈਨਿਕਾਂ ਤੁਸੀਂ ਧਰਤੀ ਤੇ ਬੈਠ ਜਾਓ, ਅਸੀਂ ਤੁਹਾਨੂੰ ਬਚਾਉਣ ਆਏ ਆ। ਤੇ ਜਦੋਂ ਉਹਨਾਂ ਨੇ ਸੁਣਿਆ ਤੇ ਉਹ ਥੱਲੇ ਬੈਠ ਗਏ ਤੇ ਬਾਕੀ ਹੁਣ ਸੈਨਿਕ ਖੜੇ ਰਹਿ ਗਏ। ਉਹਨਾਂ ਨੂੰ ਇਹਨਾਂ ਨੇ ਭੁੰਨਤਾ ਕਿਉਂਕਿ ਉਹਨਾਂ ਨੂੰ ਉਹ ਭਾਸ਼ਾ ਨਹੀਂ ਆਉਂਦੀ ਸੀ। ਪਰ ਇਸ ਦੌਰਾਨ ਕੁਝ ਕੁ ਨੂੰ ਗੋਲੀ ਲੱਗ ਵੀ ਗਈ ਸੀ ਜੋ ਡਰ ਦੇ ਕਾਰਨ ਥੱਲੇ ਨਹੀਂ ਬੈਠੇ। ਸੋ ਹੁਣ ਕੁਝ ਸਮੇਂ ਬਾਅਦ ਸਾਰੇ ਸੈਨਿਕ ਯੁਗਾਂਡਾ ਦੇ ਮਾਰੇ ਗਏ ਤੇ ਇਸ ਸਮੇਂ 에ਅਰਪੋਰਟ ਤੇ ਕਬਜ਼ਾ ਸੀ ਇਜ਼ਰਾਈਲ ਦਾ ਤੇ ਉਹਨਾਂ ਨੇ ਆਪਣੇ ਸਾਰੇ ਪੈਸੇਂਜਰ ਜਹਾਜ਼ ਵਿੱਚ ਭਰ ਦਿੱਤੇ। ਪਰ ਜਾਂਦੇ ਜਾਂਦੇ ਉਹਨਾਂ ਨੂੰ 에ਅਰਪੋਰਟ ਤੇ ਹੀ MiG-21 ਜਹਾਜ਼ ਖੜੇ ਜਿਨ੍ਹਾਂ ਦੀ ਗਿਣਤੀ 11-12 ਦੇ ਨੇੜੇ ਤੇੜੇ ਸੀ ਤੇ ਨਾਲ ਦੀ ਨਾਲ ਇਹਨਾਂ ਨੇ ਬੰਬ ਤੇ ਗ੍ਰਨੇਡ ਲਗਾ ਕੇ ਇਹ 12 ਦੇ 12 ਜਹਾਜ਼ਾਂ ਨੂੰ ਤਬਾਹ ਕਰ ਦਿੱਤਾ। ਪਰ ਜੇਕਰ ਇਹ ਇਹਨਾਂ ਜਹਾਜ਼ਾਂ ਨੂੰ ਤਬਾਹ ਨਾ ਕਰਦੇ ਤਾਂ ਇਹ ਇਹਨਾਂ ਲਈ ਜਮਦੂਤ ਸਾਬਤ ਹੋਣੇ ਸੀ, ਕਿਉਂਕਿ ਇਹਨਾਂ ਕੋਲ ਤਾਂ ਪੈਸੇਂਜਰ ਜਹਾਜ਼ ਸੀ ਜੋ ਬਹੁਤ ਜ਼ਿਆਦਾ ਤੇਜ਼ ਨਹੀਂ ਚੱਲਦੇ ਤੇ ਪਿੱਛੋਂ ਜੇਕਰ ਯੁਗਾਂਡਾ ਦੀ 에ਅਰ ਫੋਰਸ ਆ ਜਾਂਦੀ ਤਾਂ ਇਹਨਾਂ ਨੂੰ ਧੂ ਕੇ ਮਾਰ ਦਿੰਦੀ ਤੇ ਇਹਨਾਂ ਦੇ ਇਸ ਮਿਸ਼ਨ ਦਾ ਕੋਈ ਵਜੂਦ ਹੀ ਨਾ ਰਹਿੰਦਾ। ਤੇ ਇਜ਼ਰਾਈਲ ਦਾ ਐਡਾ ਵੱਡਾ ਕੀਤਾ ਆਪਰੇਸ਼ਨ ਸਾਰੇ ਪੈਸੇਂਜਰਾਂ ਨੂੰ ਛਡਾਉਣ ਤੋਂ ਬਾਅਦ ਵੀ ਫੇਲ ਹੋ ਜਾਂਦਾ, ਜਾਂ ਕਹਿ ਲਓ ਕਿ ਉਸ ਦਾ ਕੋਈ ਵਜੂਦ ਹੀ ਨਾ ਰਹਿੰਦਾ। ਤੇ ਪੂਰੇ ਆਪਰੇਸ਼ਨ ਦਾ ਗਰਾਊਂਡ ਕੰਟਰੋਲ ਸੀ ਜੋਨਾਥਨ ਨੇਤਨਯਾਹੂ ਕੋਲ। ਪਰ ਇਹਨਾਂ ਦੇ ਲਾਸਟ ਵਿੱਚ ਇੱਕ ਗੋਲੀ ਲੱਗ ਗਈ ਸੀ, ਕਿਉਂਕਿ ਇਹ ਪੂਰੀ ਫੋਰਸ ਦੇ ਲਾਸਟ ਵਿੱਚ ਸੀ। ਇਹਨਾਂ ਨੇ ਮੁਖੀ ਹੋਣ ਦੇ ਨਾਤੇ ਸਾਰੇ ਸੈਨਿਕਾਂ ਨੂੰ ਪਹਿਲਾਂ ਜਹਾਜ਼ ਵਿੱਚ ਵਾੜਿਆ। ਹਰ ਇੱਕ ਪੈਸੇਂਜਰ ਨੂੰ ਜਹਾਜ਼ ਵਿੱਚ ਵੜਨ ਦੀ ਪੁਸ਼ਟੀ ਹੋਣ ਤੋਂ ਬਾਅਦ ਆਪ ਲਾਸਟ ਵਿੱਚ ਗਏ, ਜਿਸ ਕਾਰਨ ਇਹਨਾਂ ਨੂੰ ਗੋਲੀ ਲੱਗ ਗਈ ਤੇ ਇਸ ਕਰਕੇ ਹੀ ਜੋਨਾਥਨ ਨੇਤਨਯਾਹੂ ਦੀ ਰਾਸਤੇ ਵਿੱਚ ਹੀ ਮੌਤ ਹੋ ਗਈ ਸੀ। ਪਰ ਉਸਨੇ ਆਪਰੇਸ਼ਨ ਨੂੰ ਸਿਰੇ ਚਾੜ ਦਿੱਤਾ ਸੀ। ਸੋ ਜੋਨਾਥਨ ਨੇਤਨਯਾਹੂ ਤਾਂ ਬਹਾਦਰ ਸੀ ਤੇ ਉਹਨਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਉਹਨਾਂ ਦੇ ਭਰਾ ਨੇ ਵੀ ਕਿਹਾ ਮੈਂ ਵੀ ਆਪਣੇ ਦੇਸ਼ ਦੀ ਸੇਵਾ ਕਰੂੰਗਾ। ਤੇ ਜਿਸ ਤੋਂ ਬਾਅਦ ਉਸਦਾ ਇਹ ਭਰਾ ਬੈਂਜਾਮਿਨ ਨੇਤਨਯਾਹੂ ਬਣਿਆ, ਜੋ ਕਿ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਹੈ। ਸੋ ਹੁਣ ਅੱਜ ਦੇ ਸਮੇਂ ਇਜ਼ਰਾਈਲ ਆਪਣੇ ਦੁਸ਼ਮਣਾਂ ਨੂੰ ਕਿਵੇਂ ਸੁੱਕਾ ਛੱਡ ਸਕਦਾ ਹੈ ਜਿਸ ਪ੍ਰਾਈਮ ਮਿਨਿਸਟਰ ਨੇ ਆਪਣਾ ਭਰਾ ਗਵਾਇਆ ਹੋਵੇ। ਸੋ ਇਹ ਇਹਨਾਂ ਨੇ ਇਤਿਹਾਸ ਬਣਾ ਦਿੱਤਾ ਸੀ ਕਿ ਕਿਸੇ ਦੇਸ਼ ਦੇ 에ਅਰਪੋਰਟ ਤੇ ਜਾ ਕੇ, ਜੋ ਕਿ ਸਭ ਤੋਂ ਸੁਰੱਖਿਅਤ ਜਗ੍ਹਾ ਮੰਨੀ ਜਾਂਦੀ ਹੈ, ਉਹਨਾਂ ਦੀ ਪੂਰੀ ਸੈਨਾ ਨੂੰ ਮਾਰ ਕੇ ਉੱਥੋਂ ਆਪਣੇ ਪੈਸੇਂਜਰਾਂ ਨੂੰ ਛੁਡਾ ਕੇ ਲੈ ਕੇ ਆ ਗਈ। ਤੇ ਇਸ ਤੋਂ ਬਾਅਦ ਇਜ਼ਰਾਈਲ ਨੇ ਇੱਕ ਹੋਰ ਪਲਾਨ ਬਣਾਇਆ ਕਿ ਪੂਰੀ ਦੁਨੀਆ ਮੰਨਦੀ ਹੈ ਕਿ ਯੁਗਾਂਡਾ ਸਾਡਾ ਦੁਸ਼ਮਣ ਹੈ, ਕਿਉਂ ਨਾ ਪੂਰੀ ਦੁਨੀਆ ਨੂੰ ਇਹ ਦਿਖਾ ਦਿੱਤਾ ਜਾਵੇ ਕਿ ਯੁਗਾਂਡਾ ਦੇ ਸੈਨਿਕ ਸ਼ਾਸਕ ਨੇ ਜੋ ਈਦੀ ਅਮੀਨ, ਉਹਨਾਂ ਨੇ ਹੀ ਸਾਡਾ ਸਾਥ ਦਿੱਤਾ ਹੈ। ਤੇ ਫਿਰ ਇਹਨਾਂ ਨੇ ਈਦੀ ਅਮੀਨ ਨੂੰ ਫੋਨ ਕੀਤਾ ਤੇ ਉਸ ਨੂੰ ਕਿਹਾ ਕਿ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਤੇ ਇਹ ਜਨਾਬ ਨੂੰ ਹਲੇ ਤੱਕ ਕੁਝ ਪਤਾ ਹੀ ਨਹੀਂ ਸੀ। ਇਹ ਆਪ ਦੀ ਈਗੋ ਵਿੱਚ ਬੋਲ ਰਿਹਾ ਸੀ ਕਿ ਜੋ ਹਾਈਜੈਕਰ ਕਹਿ ਰਹੇ ਨੇ ਤੁਸੀਂ ਉਹ ਗੱਲ ਮੰਨ ਲਓ, ਉਹ ਤੁਹਾਡੇ ਲਈ ਸਹੀ ਹੋਵੇਗਾ, ਤੁਹਾਡੇ ਕੋਲ ਹੋਰ ਕੋਈ ਹੁਣ ਰਸਤਾ ਵੀ ਨਹੀਂ ਹੈ।
ਪਰ ਇਸ ਨੂੰ ਹਾਲੇ ਤੱਕ ਇਹ ਨਹੀਂ ਪਤਾ ਸੀ ਕਿ ਇਹਨਾਂ ਦੇ 에ਅਰਪੋਰਟ ਤੇ ਉਹ ਸੈਨਿਕਾਂ ਦਾ ਕੀ ਹਾਲ ਕਰਕੇ ਚਲੇ ਗਏ ਨੇ। ਉਹ ਤਾਂ ਅਗਲੇ ਆਪਦੇ ਦੇਸ਼ ਵਿੱਚ ਜਾ ਕੇ ਤੁਹਾਨੂੰ ਫੋਨ ਕਰ ਰਹੇ ਨੇ। ਸੋ ਅਸਲ ਵਿੱਚ ਇਸ ਨੂੰ ਇਸ ਕਰਕੇ ਨਹੀਂ ਪਤਾ ਸੀ ਕਿਉਂਕਿ ਜੋ ਇਸ ਦੇ ਕਮਾਂਡਰ ਸੀ, ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਤੁਸੀਂ ਇਹ ਹਾਈਜੈਕਰਾਂ ਨੂੰ ਸੁਰੱਖਿਆ ਦੇਣੀ ਹੈ, ਉਹਨਾਂ ਨੂੰ ਤਾਂ ਉਹ ਮਾਰ ਕੇ ਚਲੇ ਗਏ, ਸਾਰਿਆਂ ਨੂੰ ਹੀ ਖਤਮ ਕਰ ਦਿੱਤਾ। ਪਰ ਜੋ ਇਹਨਾਂ ਦੇ ਮੇਨ ਮਿਲਟਰੀ ਦੇ ਜਰਨਲ ਸੀਗੇ, ਉਹਨਾਂ ਨੂੰ ਡਰ ਲੱਗ ਰਿਹਾ ਸੀ ਕਿ ਅਸੀਂ ਹੁਣ ਦੱਸੀਏ ਤਾਂ ਦੱਸੀਏ ਕਿਵੇਂ ਕਿ ਸਭ ਕੁਝ ਖਤਮ ਹੋ ਚੁੱਕਿਆ ਹੈ। ਸੋ ਇਸ ਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਸੀ ਜਦੋਂ ਬਾਹਰੋਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ। ਸੋ ਇਹ ਆਪਰੇਸ਼ਨ ਤੋਂ ਬਾਅਦ ਮੋਸਾਦ ਦੀ ਕਮਾਲ ਦੀ ਇੰਟੈਲੀਜੈਂਸ ਦੁਨੀਆ ਦੇ ਸਾਹਮਣੇ ਆਈ। ਸੋ ਇਜ਼ਰਾਈਲ ਦੀ ਇੱਕ ਪੈਸੇਂਜਰ ਨੂੰ ਉਹਨਾਂ ਨੇ ਮਾਰਿਆ ਸੀ, ਉਹ ਵੀ ਇਹਨਾਂ ਦੇ ਈਦੀ ਅਮੀਨ ਪ੍ਰੈਜ਼ੀਡੈਂਟ ਨੇ, ਕਿਉਂਕਿ ਉਹ ਬੋਰਾ ਬਰੂਜ ਨਾਮ ਦੀ ਔਰਤ ਬਿਮਾਰ ਹੋ ਗਈ ਸੀ। ਉਸ ਨੂੰ ਉਸ ਸਮੇਂ 에ਅਰਪੋਰਟ ਤੋਂ ਹਸਪੀਟਲ ਲੈ ਗਏ ਸੀ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਤੇ ਇਸ ਬਾਰੇ ਮੋਸਾਦ ਨੂੰ ਪਤਾ ਨਹੀਂ ਲੱਗਿਆ। ਜੇਕਰ ਪਤਾ ਹੁੰਦਾ ਤਾਂ ਇਹ ਉਸ ਨੂੰ ਵੀ ਛੁਡਾ ਕੇ ਲੈ ਆਉਂਦੇ। ਸੋ ਇਸ ਕਰਕੇ ਉਹ ਹਸਪੀਟਲ ਵਿੱਚ ਹੀ ਰਹਿ ਗਈ। ਬਾਅਦ ਵਿੱਚ ਈਦੀ ਨੂੰ ਜਦੋਂ ਪਤਾ ਲੱਗਿਆ ਕਿ ਉਹਨਾਂ ਦੀ ਇੱਕ ਬੰਦਕ ਇੱਥੇ ਰਹਿ ਗਈ ਤਾਂ ਉਹ ਪਿਸਟਲ ਲੈ ਕੇ ਉਸ ਨੂੰ ਮਾਰ ਕੇ ਆ ਗਿਆ ਆਪਣੇ ਦਿਲ ਦੀ ਖੁਸ਼ੀ ਲਈ, ਕਿਉਂਕਿ ਹੋਰ ਇਸ ਕੋਲ ਕੋਈ ਹੁਣ ਚਾਰਾ ਬਚਿਆ ਵੀ ਨਹੀਂ ਸੀ। ਸੋ ਇਸ ਤਰ੍ਹਾਂ ਦੀ ਹੈ ਇਜ਼ਰਾਈਲ ਦੀ ਖੂਫੀਆ ਏਜੰਸੀ ਮੋਸਾਦ। ਅਪਰਾਧੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕਿਆ ਬੈਠਾ ਹੋਵੇ, ਉਸ ਨੂੰ ਉੱਥੋਂ ਲੱਭ ਕੇ ਮਾਰ ਹੀ ਦੇਵੇਗੀ। ਤੇ ਇਹ ਆਪਰੇਸ਼ਨ ਵੀ ਉਹ ਇੱਥੇ ਹੀ ਖਤਮ ਨਹੀਂ ਕਰਕੇ ਗਈ। ਇਸ ਤੋਂ ਬਾਅਦ ਉਹਨਾਂ ਨੇ ਇਸ ਦਾ ਮਾਸਟਰਮਾਈਂਡ ਲੱਭਿਆ ਤੇ ਪਤਾ ਲੱਗਿਆ ਕਿ ਉਹ ਸਾਊਦੀ ਵਿੱਚ ਹੈ, ਜਿਸ ਤੋਂ ਬਾਅਦ ਉਸ ਦੀ ਅਚਾਨਕ ਸਰੀਰਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ ਤੇ ਪਤਾ ਲੱਗਿਆ ਕਿ ਉਸ ਦੀ ਜ਼ਹਿਰ ਖਾਣ ਨਾਲ ਮੌਤ ਹੋਈ ਸੀ। ਪਰ ਮੋਸਾਦ ਨੇ ਕਦੇ ਨਹੀਂ ਕਿਹਾ ਕਿ ਅਸੀਂ ਉਸ ਨੂੰ ਮਾਰਿਆ, ਪਰ ਇਹਨਾਂ ਨੇ ਛੱਡਿਆ ਵੀ ਕੋਈ ਨਹੀਂ। ਇਜ਼ਰਾਈਲ ਤੇ ਫਿਲਿਸਤੀਨ ਦੀ ਸ਼ੁਰੂ ਤੋਂ ਆਪਸ ਵਿੱਚ ਅਣਬਣ ਰਹੀ ਹੈ, ਜਿਸ ਬਾਰੇ ਅਸੀਂ ਵੀਡੀਓ ਵੀ ਬਣਾਈ ਹੋਈ ਹੈ, ਤੁਸੀਂ ਉਸ ਤੋਂ ਵੀ ਸਮਝ ਸਕਦੇ ਹੋ। ਸੋ ਹੁਣ ਗੱਲ ਕਰਦੇ ਹਾਂ ਮੋਸਾਦ ਦੇ ਇੱਕ ਹੋਰ ਆਪਰੇਸ਼ਨ ਰੈਥ ਆਫ ਗॉड, ਮਤਲਬ ਕਿ ਰੱਬ ਦਾ ਕਹਿਰ। ਸੋ ਇਹ ਕਹਾਣੀ ਸ਼ੁਰੂ ਹੁੰਦੀ ਹੈ 5 ਸਤੰਬਰ 1972 ਜਰਮਨੀ ਦੀਆਂ ਓਲੰਪਿਕ ਖੇਡਾਂ ਤੋਂ। ਸੋ ਇੱਥੇ ਸੱਚ ਵਿੱਚ ਹੀ ਰੱਬ ਦਾ ਕਹਿਰ ਵਾਪਰਿਆ ਸੀ, ਕਿਉਂਕਿ ਇੱਥੇ ਓਲੰਪਿਕ ਗੇਮਾਂ ਵਿੱਚ ਅੱਤਵਾਦੀ ਹਮਲਾ ਹੋ ਜਾਂਦਾ ਹੈ, ਜਿਸ ਵਿੱਚ ਇਜ਼ਰਾਈਲ ਦੀ 11 ਬੇਕਸੂਰ ਖਿਡਾਰੀ ਜੋ ਖੇਡਣ ਗਏ ਸੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। 5 ਸਤੰਬਰ ਦੀ ਰਾਤ ਨੂੰ 8 ਬੰਦੇ ਓਲੰਪਿਕ ਦੇ ਖਿਡਾਰੀ ਜਿੱਥੇ ਰਹਿ ਰਹੇ ਸੀ ਉੱਥੇ ਉਸ ਅਪਾਰਟਮੈਂਟ ਦੀ ਕੰਧ ਟੱਪਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਕੈਨੇਡਾ ਦੇ ਖਿਡਾਰੀ ਉੱਥੋਂ ਲੰਘ ਰਹੇ ਸੀ। ਉਹਨਾਂ ਨੇ ਦੇਖਿਆ ਕਿ ਕੁਝ ਲੋਕ ਕੰਧ ਟੱਪਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹਨਾਂ ਨੂੰ ਲੱਗਿਆ ਕਿ ਇਹ ਖਿਡਾਰੀ ਹੀ ਨੇ ਕਿਉਂਕਿ ਉਹਨਾਂ ਦੇ ਟਰੈਕ ਸੂਟ ਪਾਏ ਹੋਏ ਸੀ ਤੇ ਕੈਨੇਡਾ ਦੇ ਖਿਡਾਰੀ ਉਹਨਾਂ ਕੋਲ ਗਏ ਤੇ ਉਹਨਾਂ ਨੂੰ ਇੱਕ ਦੂਜੇ ਦੀ ਭਾਸ਼ਾ ਤਾਂ ਸਮਝ ਨਹੀਂ ਆਈ, ਪਰ ਉਹਨਾਂ ਨੇ ਕੰਧ ਟੱਪਣ ਵਿੱਚ ਉਹਨਾਂ ਬੰਦਿਆਂ ਦੀ ਮਦਦ ਜ਼ਰੂਰ ਕੀਤੀ ਤੇ ਅਪਾਰਟਮੈਂਟ ਵਿੱਚ ਬਾੜ ਦਿੱਤੇ ਤੇ ਉਹ 8 ਬੰਦੇ ਅੰਦਰ ਵੜ ਕੇ ਇਜ਼ਰਾਈਲੀ ਪਲੇਅਰਸ ਦੇ ਕਮਰਿਆਂ ਵਿੱਚ ਚਲੇ ਗਏ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ PLO ਦੇ ਅੱਤਵਾਦੀ ਸੰਗਠਨ ਦੇ ਨਾਲ ਸੰਬੰਧ ਰੱਖਦੇ ਸੀ। ਉਹਨਾਂ ਨੇ ਇਜ਼ਰਾਈਲੀ ਖਿਡਾਰੀਆਂ ਨੂੰ ਘੇਰਾ ਪਾ ਲਿਆ ਤੇ ਬੰਦਕ ਬਣਾ ਲਿਆ। PLO ਦਾ ਮਤਲਬ ਪੈਲੇਸਟਾਈਨ ਲਿਬਰੇਸ਼ਨ ਆਰਗੇਨਾਈਜੇਸ਼ਨ। ਇਸ ਨੂੰ ਪੈਲੇਸਟਾਈਨ ਦੀ ਪੋਲੀਟੀਕਲ ਪਾਰਟੀ ਵਜੋਂ ਜਾਣਿਆ ਜਾਂਦਾ ਹੈ, ਪਰ ਬਹੁਤ ਸਾਰੇ ਦੇਸ਼ ਇਸ ਨੂੰ ਅੱਤਵਾਦੀ ਸੰਗਠਨ ਵੀ ਮੰਨਦੇ ਨੇ। ਸੋ ਹੁਣ ਓਲੰਪਿਕ ਵਿੱਚ ਗਈ ਇੱਕ ਪੂਰੀ ਟੀਮ ਹੀ ਅਗਵਾ ਕਰ ਲਈ ਗਈ ਤੇ ਪੂਰੀ ਦੀ ਪੂਰੀ ਟੀਮ ਮਾਰ ਦਿੱਤੀ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ। ਉੱਥੇ ਕੁਝ ਖਿਡਾਰੀਆਂ ਨੇ ਇਹਨਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅਸਫਲ ਰਹੇ, ਕਿਉਂਕਿ ਇਹਨਾਂ ਨੇ ਸੁੱਤੇ ਪਿਆਂ ਤੇ ਹਮਲਾ ਕੀਤਾ ਸੀ। ਸਭ ਤੋਂ ਪਹਿਲਾਂ ਜਿਸ ਖਿਡਾਰੀ ਨੇ ਇਹਨਾਂ ਦਾ ਸਾਹਮਣਾ ਕੀਤਾ ਉਸ ਦੇ ਮੂੰਹ ਵਿੱਚੋਂ ਗੋਲੀਆਂ ਆਰ-ਪਾਰ ਕਰ ਦਿੱਤੀਆਂ ਗਈਆਂ। ਇੱਕ ਖਿਡਾਰੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਬਾਲਕੋਨੀ ਵਿੱਚ ਗੋਲੀਆਂ ਮਾਰ ਦਿੱਤੀਆਂ, ਜੋ ਕਿ ਬਹੁਤ ਵੱਡੀ ਗੱਲ ਹੈ। 6 ਸਤੰਬਰ 1972 ਨੂੰ ਸਾਰੇ ਲੋਕ ਆਪਣੇ ਟੈਲੀਵਿਜ਼ਨ ਤੇ ਇਹ ਦੇਖ ਰਹੇ ਸੀ ਕਿ ਅੱਤਵਾਦੀਆਂ ਨੇ ਇਜ਼ਰਾਈਲ ਦੇ 11 ਖਿਡਾਰੀਆਂ ਨੂੰ ਬੰਦਕ ਬਣਾ ਲਿਆ ਹੈ। ਫਿਲਿਸਤੀਨ ਦੇ ਸੰਗਠਨ ਬਲੈਕ ਸਤੰਬਰ ਨੇ ਇਹ ਹਮਲਾ ਕੀਤਾ ਸੀ। ਇਹਨਾਂ ਨੇ 2 ਖਿਡਾਰੀ ਆਉਂਦੇ ਹੀ ਮਾਰ ਦਿੱਤੇ ਤੇ ਬਾਕੀਆਂ ਨੂੰ ਛੱਡਣ ਦੇ ਬਦਲੇ ਇਹ 200 ਫਲਸਤੀਨੀ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਕਰ ਰਹੇ ਸੀ। ਗੋਲਡਾ ਮੇਅਰ ਇਜ਼ਰਾਈਲ ਦੀ ਪਹਿਲੀ ਪ੍ਰਧਾਨ ਮੰਤਰੀ 1972 ਦੇ ਸਮੇਂ ਸੀ ਤੇ ਅਚਾਨਕ ਟੀਵੀ ਤੇ ਇੱਕ ਨਿਊਜ਼ ਆਈ ਕਿ ਸਾਰੇ ਬੰਦਕਾਂ ਨੂੰ ਬਚਾ ਲਿਆ ਗਿਆ ਹੈ ਤੇ ਸਾਰੇ ਪਾਸੇ ਲੋਕ ਜਸ਼ਨ ਮਨਾਉਣ ਲੱਗੇ। ਦੂਜੇ ਪਾਸੇ ਗੋਲਡਾ ਮੇਅਰ ਖੁਸ਼ੀ ਨਾਲ ਆਪਣੇ ਆਫਿਸ ਵਿੱਚ ਸ਼ੈਂਪੀਅਨ ਖੋਲ ਰਹੀ ਸੀ ਤਾਂ ਜੋ ਇਹ ਬਲਾ ਟਲ ਗਈ ਤੇ ਉਸੇ ਸਮੇਂ ਪਤਾ ਲੱਗਿਆ ਕਿ ਇਹ ਸਿਰਫ ਅਫਵਾਹ ਸੀ। ਅਸਲ ਵਿੱਚ ਅੱਤਵਾਦੀਆਂ ਨੇ 9 ਦੇ 9 ਖਿਡਾਰੀਆਂ ਨੂੰ ਮਾਰ ਦਿੱਤਾ ਹੈ। ਸੋ ਇਹ ਘਟਨਾ ਤੋਂ ਬਾਅਦ ਇਜ਼ਰਾਈਲ ਦੇ ਲੋਕਾਂ ਦਾ ਦੁੱਖ ਗੁੱਸੇ ਵਿੱਚ ਬਦਲ ਗਿਆ। ਇਸ ਤੋਂ ਬਾਅਦ ਇੰਟੈਲੀਜੈਂਸ ਤੋਂ ਜਾਣਕਾਰੀ ਲੈ ਕੇ 25 ਤੋਂ 35 ਲੋਕਾਂ ਦੇ ਨਾਮ ਇਸ ਲਿਸਟ ਵਿੱਚ ਲਿਖੇ ਗਏ। ਇਸ ਮਿਸ਼ਨ ਵਿੱਚ ਇਜ਼ਰਾਈਲ ਨੇ ਜੋ ਟੀਮਾਂ ਬਣਾਈਆਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਘਰ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿ ਉਹ ਇਸ ਮਿਸ਼ਨ ਲਈ ਜਾ ਰਹੇ ਨੇ ਤੇ ਜੇ ਉਹ ਫੜੇ ਜਾਣ ਤਾਂ ਇਜ਼ਰਾਈਲ ਦਾ ਉਹਨਾਂ ਨਾਲ ਕੋਈ ਸਬੰਧ ਨਹੀਂ। 7 ਸਤੰਬਰ 1972 ਨੂੰ ਇਹ ਮਿਸ਼ਨ ਸ਼ੁਰੂ ਹੋ ਗਿਆ ਜਦੋਂ ਪੂਰੀ ਤਰ੍ਹਾਂ
ਜਸੂਸੀ ਕਰਨ ਤੋਂ ਬਾਅਦ ਇੱਕ ਨਾਮ ਅੱਗੇ ਆਇਆ, ਅਬਦੁਲ ਵਿਲ ਜੁਏਟਰ, ਜੋ ਕਿ ਫਲਸਤੀਨ ਦਾ ਰਹਿਣ ਵਾਲਾ ਸੀ ਤੇ ਹੁਣ ਇਹ ਰੋਮ ਵਿੱਚ ਲੁੱਕ ਕੇ ਬੈਠਾ ਸੀ। ਤੇ ਰਾਤ ਦਾ ਖਾਣਾ ਖਾ ਕੇ ਜਦੋਂ ਇਹ ਵਾਪਸ ਆਇਆ ਤਾਂ 2 ਏਜੰਟਾਂ ਨੇ ਇਸ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਗੋਲੀਆਂ ਵੀ ਪੂਰੀਆਂ 11 ਮਾਰੀਆਂ, ਜੋ ਕਿ ਉਹਨਾਂ 11 ਖਿਡਾਰੀਆਂ ਦੇ ਕਤਲ ਨੂੰ ਦਰਸਾਉਂਦੀਆਂ ਸੀ। ਤੇ ਇਸ ਤੋਂ ਬਾਅਦ 8 ਦਸੰਬਰ 1972 ਨੂੰ ਨੰਬਰ 2 ਤੇ ਡਾਕਟਰ ਮਹਿਮੂਦ ਹਮਸ਼ਾਰੀ ਨਿਸ਼ਾਨਾ ਬਣਾਇਆ ਸੀ। ਮੁਸਾਦ ਦੀ ਇੱਕ ਏਜੰਟ ਇਸ ਨੂੰ ਪੱਤਰਕਾਰ ਬਣ ਕੇ ਮਿਲੀ, ਕਿਉਂਕਿ ਉਹਨਾਂ ਨੇ ਪਹਿਲਾਂ ਜਾਣਕਾਰੀ ਇਕੱਠੀ ਕਰਨੀ ਸੀ ਕਿ ਇਹ ਉਹੀ ਹੈ ਜਾਂ ਕੋਈ ਹੋਰ। ਤੇ ਜਦੋਂ ਇਹ ਅਪਾਰਟਮੈਂਟ ਛੱਡ ਕੇ ਬਾਹਰ ਆਇਆ ਤਾਂ ਮੁਸਾਦ ਦੇ ਬੰਦਿਆਂ ਨੇ ਇਸ ਦੇ ਟੈਲੀਫੋਨ ਵਿੱਚ ਬੰਬ ਫਿੱਟ ਕਰ ਦਿੱਤਾ। ਤਾਂ ਫਿਰ ਅੱਗੇ ਤੁਹਾਨੂੰ ਪਤਾ ਹੀ ਹੈ ਕਿ ਕੀ ਹੋਇਆ ਹੋਣਾ। ਇਸ ਤਰ੍ਹਾਂ ਮੁਸਾਦ ਨੇ ਮੁਨੀਕ ਅੱਤਵਾਦੀ ਘਟਨਾ ਨਾਲ ਜੁੜੇ ਡਾਇਰੈਕਟ ਜਾਂ ਇਨਡਾਇਰੈਕਟ ਲੋਕਾਂ ਨੂੰ ਮਾਰਿਆ। ਕਿਸੇ ਨੂੰ ਜ਼ਹਿਰ ਦਿੱਤੀ ਗਈ ਤੇ ਕਿਸੇ ਨੂੰ ਗੋਲੀਆਂ ਮਾਰੀਆਂ ਗਈਆਂ। ਜਿਨ੍ਹਾਂ ਨੂੰ ਗੋਲੀਆਂ ਮਾਰਦੇ ਸੀ ਉਹਨਾਂ ਦੇ ਗਿਣ ਕੇ 11 ਗੋਲੀਆਂ ਮਾਰਦੇ ਸੀ, ਜੋ ਕਿ ਉਹਨਾਂ ਦੇ 11 ਖਿਡਾਰੀਆਂ ਦੀ ਮੌਤ ਨੂੰ ਦਰਸਾਉਂਦੀਆਂ ਸੀ। ਸੋ ਇਹ ਮਿਸ਼ਨ ਬਾਰੇ 20 ਸਾਲ ਤੱਕ ਕਿਸੇ ਦੂਜੇ ਦੇਸ਼ ਨੂੰ ਪਤਾ ਨਾ ਲੱਗ ਸਕਿਆ, ਪਰ ਇੱਕ ਮਿਸ਼ਨ ਦੌਰਾਨ ਮੁਸਾਦ ਤੋਂ ਇੱਕ ਬੇਕਸੂਰ ਵੇਟਰ ਦੀ ਮੌਤ ਹੋ ਜਾਂਦੀ ਹੈ, ਜਿਸ ਕਰਕੇ ਨਾਰਵੇ ਦੀ ਪੁਲਿਸ ਇਹਨਾਂ ਦੇ 6 ਏਜੰਟ ਫੜ ਲੈਂਦੀ ਹੈ ਤੇ ਬਹੁਤ ਸਾਰੀ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ 20 ਸਾਲ ਤੋਂ ਬਦਲਾ ਲੈਣ ਲਈ ਮੁਸਾਦ ਵੱਖ-ਵੱਖ ਦੇਸ਼ਾਂ ਵਿੱਚ ਘੁੰਮ ਰਹੀ ਹੈ। ਸੋ ਅੱਗੇ ਗੱਲ ਕਰਦੇ ਹਾਂ 2009 ਵਿੱਚ ਇਰਾਨ ਦਾ ਇੱਕ ਡਾਕੂਮੈਂਟ ਬ੍ਰਿਟਿਸ਼ ਅਖਬਾਰ ਵਿੱਚ ਲੀਕ ਹੋ ਗਿਆ। ਇਸ ਡਾਕੂਮੈਂਟ ਵਿੱਚ ਇਹ ਲਿਖਿਆ ਸੀ ਕਿ ਇਰਾਨ ਬਹੁਤ ਹੀ ਸੀਕ੍ਰੇਟ ਤਰੀਕੇ ਨਾਲ ਇੱਕ ਨਿਊਕਲੀਅਰ ਪ੍ਰੋਗਰਾਮ ਤੇ ਕੰਮ ਕਰ ਰਿਹਾ ਹੈ। ਇਸ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਤੇ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਤੇ ਇਜ਼ਰਾਈਲ ਨੂੰ ਪਿਆ, ਕਿਉਂਕਿ ਅਮਰੀਕਾ ਤੇ ਇਰਾਨ ਵਿਚਕਾਰ ਤੇਲ ਨੂੰ ਲੈ ਕੇ ਵਿਵਾਦ ਛਿੜਿਆ ਰਹਿੰਦਾ ਹੈ ਤੇ ਇਜ਼ਰਾਈਲ ਇਰਾਨ ਦਾ ਗਵਾਂਢੀ ਦੇਸ਼ ਹੈ ਤੇ ਇਹਨਾਂ ਦੋਨਾਂ ਦੇਸ਼ਾਂ ਵਿੱਚ ਇੱਕ ਦੌੜ ਛਿੜ ਗਈ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਰੋਕਣ ਦੀ। ਇਸ ਲਈ ਦੋਨਾਂ ਦੀ ਨਜ਼ਰ ਇਰਾਨੀ ਨਿਊਕਲੀਅਰ ਸਾਇੰਟਿਸਟ ਮੋਹਸੇਨ ਫਖਰਜ਼ਾਦਾ ਉੱਤੇ ਪਈ। ਇਹ ਬੰਦਾ 1993 ਤੋਂ 2003 ਤੱਕ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਲੀਡ ਕਰ ਰਿਹਾ ਸੀ। ਹੁਣ ਇਸ ਮਿਸ਼ਨ ਨੂੰ ਸਿਰੇ ਚੜਾਉਣਾ ਕਿਸੇ ਆਮ ਏਜੰਸੀ ਦਾ ਕੰਮ ਨਹੀਂ ਸੀ। ਉਸ ਦੇ ਲਈ ਇਜ਼ਰਾਈਲ ਦੀ ਮੁਸਾਦ ਏਜੰਸੀ ਨੂੰ ਚੁਣਿਆ ਗਿਆ ਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਦੋਨਾਂ ਦੇਸ਼ਾਂ ਨੇ 2020 ਵਿੱਚ ਕੋਵਿਡ ਦੌਰਾਨ ਮੋਹਸੇਨ ਨੂੰ ਟਰੈਕ ਕਰ ਲਿਆ, ਉਸ ਦੀਆਂ ਸਾਰੀਆਂ ਐਕਟੀਵਿਟੀਜ਼ ਨੂੰ ਨੋਟ ਕੀਤਾ ਤੇ ਫਿਰ 27 ਨਵੰਬਰ 2020 ਵਿੱਚ ਮੁਸਾਦ ਨੇ ਇੱਕ ਔਨ ਰੂਟ ਹਾਈਵੇ ਉੱਤੇ ਨਿਸ਼ਾਨ ਪਿਕਅਪ ਟਰੱਕ ਨੂੰ ਪਾਰਕ ਕਰ ਦਿੱਤਾ, ਜਿਸ ਵਿੱਚ AI ਕੰਟਰੋਲਰ ਤੇ ਸੈਟੇਲਾਈਟ ਨਾਲ ਚੱਲਣ ਵਾਲੀ FN ਮੈਗ ਮਸ਼ੀਨ ਗਨ ਫਿੱਟ ਕਰ ਦਿੱਤੀ ਸੀ। ਤੇ ਹੁਣ ਜਦੋਂ ਮੋਹਸੇਨ ਉਸ ਹਾਈਵੇ ਤੇ ਜਾ ਰਿਹਾ ਸੀ ਤਾਂ 1000 ਕਿਲੋਮੀਟਰ ਦੂਰ ਇਜ਼ਰਾਈਲ ਵਿੱਚੋਂ ਮੁਸਾਦ ਨੇ ਉਸ ਮਸ਼ੀਨ ਗਨ ਨੂੰ ਆਪਰੇਟ ਕੀਤਾ ਤੇ ਮੋਹਸੇਨ ਉੱਤੇ 13 ਗੋਲੀਆਂ ਚੱਲੀਆਂ ਤੇ ਇਹ ਹਮਲਾ ਇੰਨਾ ਐਕੂਰੇਟ ਸੀ ਕਿ ਉਸ ਤੋਂ 10 ਇੰਚ ਦੂਰੀ ਤੇ ਬੈਠੀ ਉਸ ਦੀ ਪਤਨੀ ਨੂੰ ਕੁਝ ਵੀ ਨਹੀਂ ਹੋਇਆ, ਉਹ ਵੀ ਚੱਲਦੀ ਗੱਡੀ ਦੌਰਾਨ। ਤੇ ਇਸ ਤੋਂ ਬਾਅਦ ਉਹ ਪਿਕਅਪ ਵੈਨ ਵੀ ਬੰਬ ਨਾਲ ਬਲਾਸਟ ਹੋ ਗਈ ਜਿੱਥੋਂ ਇਹ ਹਮਲਾ ਕੀਤਾ ਗਿਆ ਸੀ। ਇਸ ਨਾਲ ਸਾਰੇ ਸਬੂਤ ਮਿਟ ਗਏ ਤੇ ਇਸ ਤਰ੍ਹਾਂ ਮੁਸਾਦ ਨੇ ਆਪਣਾ ਇਹ ਮਿਸ਼ਨ ਵੀ ਸਫਲ ਕਰ ਲਿਆ। ਲਾਸਟ ਵਿੱਚ ਗੱਲ ਕਰਦੇ ਹਾਂ, ਅੱਜ ਕੱਲ ਸਾਨੂੰ ਕੁਝ ਨਹੀਂ ਪਤਾ ਹੁੰਦਾ ਕਿ ਸਾਹਮਣੇ ਵਾਲਾ ਕਿਹਨਾਂ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ। ਸੋ ਜਿਨ੍ਹਾਂ ਦੀ ਜ਼ਿੰਦਗੀ ਨੂੰ ਦੇਖ ਕੇ ਤੁਸੀਂ ਐਵੇਂ ਝੁਰਦੇ ਰਹਿੰਦੇ ਹੋ ਸਕਦਾ ਉਹ ਅੰਦਰੋਂ ਬਹੁਤ ਜ਼ਿਆਦਾ ਤੰਗ ਹੋਣ ਤੇ ਉਹ ਤੁਹਾਨੂੰ ਦੇਖ ਕੇ ਸੋਚਦੇ ਹੋਣ ਕਿ ਕਾਸ਼ ਮੈਂ ਇਹਦੇ ਜਿੰਨਾ ਸੌਖਾ ਹੁੰਦਾ। ਸੋ ਕਹਿਣ ਦਾ ਭਾਵ ਕਿ ਐਵੇਂ ਨਾ ਕਿਸੇ ਨੂੰ ਦੇਖ ਕੇ ਅੰਦਾਜ਼ੇ ਲਾਇਆ ਕਰੋ। ਤੇ ਇਹ ਗੱਲ ਨਾਲ ਤੁਸੀਂ ਕਿੰਨੇ % ਸਹਿਮਤ ਹੋ, ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਫੋਲੋ ਕਰ ਸਕਦੇ ਹੋ ਤੇ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।